वाहिगुरु जी का खालसा वाहिगुरु जी की फतेह। गुरु रूप गुरु प्यारी साध संगत जीओ, आओ गुरबाणी सिखिए। इस प्रोग्राम ਦੇ ਵਿੱਚ ਕੁਝ ਦਿਨ ਪਹਿਲਾਂ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਸ਼ੁੱਧ ਉਚਾਰਨ ਵਿਸ਼ੇ ਦੇ ਸੰਬੰਧ ਵਿੱਚ ਇਸ ਬਾਬਤ ਵਿਚਾਰ ਸਾਂਝੇ ਕੀਤੇ ਸਨ ਵੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਨੂੰ ਪੜ੍ਹਦੇ ਹਾਂ ਜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਸਾਨੂੰ ਅਜਿਹੇ ਪੜ੍ਹਨ ਨੂੰ ਮਿਲਦੇ ਆ ਜੀ, ਜਿਨ੍ਹਾਂ ਸ਼ਬਦਾਂ ਦਾ ਅਖੀਰਲਾ ਅੱਖਰ ਹੁੰਦਾ ਹੈ ਹਾਹਾ, ਤੇ ਹਾਹੇ ਦੇ ਪੈਰ ਦੇ ਵਿੱਚ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ। ਫਿਰ ਅਜਿਹੇ ਸ਼ਬਦਾਂ ਦਾ ਜਿਹੜਾ ਸ਼ੁੱਧ ਉਚਾਰਨ ਹੈ ਉਹ ਸਾਨੂੰ ਕਿਸ ਢੰਗ ਤਰੀਕੇ ਨਾਲ ਕਰਨਾ ਚਾਹੀਦਾ ਹੈ, ਮੈਂ ਆਪ ਜੀ ਦੇ ਨਾਲ ਉਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਡਿਟੇਲ ਦੇ ਵਿੱਚ ਇਸ ਸੰਬੰਧੀ ਜਿਹੜੇ ਸਨ ਉਹ ਵਿਚਾਰ ਸਾਂਝੇ ਕੀਤੇ ਸੀ। ਤੇ ਸਾਧ ਸੰਗਤ ਉਸੇ ਹੀ ਵਿਸ਼ੇ ਦੇ ਸੰਬੰਧ ਵਿੱਚ ਕੱਲ ਮੈਨੂੰ ਇੱਕ ਵੀਰ ਦਾ ਫੋਨ ਆਇਆ ਸੀ, ਤੇ ਉਸ ਵੀਰ ਨੇ ਉਸੇ ਹੀ ਵਿਸ਼ੇ ਦੇ ਸੰਦਰਭ ਦੇ ਵਿੱਚ ਇੱਕ ਬਹੁਤ ਹੀ ਵਧੀਆ ਜਿਹੜਾ ਸੀ ਉਹ ਸਵਾਲ ਪੁੱਛਿਆ ਸੀ। ਤੇ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਉਸ ਸਵਾਲ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਜਿਹੜੀ ਹੈ ਉਹ ਵਿਚਾਰ ਸਾਂਝੀ ਕਰਾਂਗਾ। ਫਿਰ ਇਸੇ ਹੀ ਵਿਸ਼ੇ ਦਾ ਜਿਹੜਾ ਅਗਲਾ ਭਾਗ ਹੈ ਉਹਦੇ ਸੰਬੰਧ ਵਿੱਚ ਸਾਧ ਸੰਗਤ ਅਸੀਂ ਜਿਹੜੀ ਹੈ ਉਹ ਵਿਚਾਰ ਸਾਂਝੀ ਕਰਾਂਗੇ। ਤੇ ਮੈਂ ਆਪ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖੋ ਤੇ ਹੋਰਨਾਂ ਸਿੱਖ ਸੰਗਤਾਂ ਦੇ ਨਾਲ ਵੀ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਜੀ। ਸਾਧ ਸੰਗਤ ਕੱਲ ਜਿਸ ਵੀਰ ਨੇ ਸਵਾਲ ਪੁੱਛਿਆ ਸੀ, ਉਸ ਵੀਰ ਦਾ ਇਹ ਸਵਾਲ ਸੀ ਵੀ ਜਦੋਂ ਅਸੀਂ ਅਜਿਹੇ ਸ਼ਬਦਾਂ ਨੂੰ ਪੜ੍ਹਦੇ ਹਾਂ ਜੀ, ਜਿਹੜੇ ਸ਼ਬਦਾਂ ਦਾ ਅਖੀਰਲਾ ਅੱਖਰ ਹੁੰਦਾ ਹੈ ਹਾਹਾ, ਤੇ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੁੰਦੀ ਆ। ਜਿਵੇਂ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਸੀ ਵੀ ਅਜਿਹੇ ਸ਼ਬਦਾਂ ਦਾ ਜਿਹੜਾ ਉਚਾਰਨ ਹੈ ਉਹ ਅਸੀਂ ਇਸ ਢੰਗ ਨਾਲ ਕਰਨਾ ਵਾ ਵੀ ਜਿਹੜੀ ਹਾਹੇ ਪੈਰ ਲੱਗੀ ਹੋਈ ਔਂਕੜ ਦੀ ਮਾਤਰਾ ਹੈ ਉਹ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਜਿਹੜੀ ਹੈ ਉਹ ਹੋੜੇ ਦੀ ਮਾਤਰਾ ਵਾਂਗੂ ਜਿਹੜੀ ਹੈ ਉਹ ਉਚਾਰਨ ਹੁੰਦੀ ਆ। ਜਿਵੇਂ ਹਾਹੇ ਪੈਰ ਲੱਗੀ ਹੋਈ ਔਂਕੜ ਦੀ ਮਾਤਰਾ ਜਿਹੜੀ ਹੈ ਉਹ ਆਪਣੇ ਤੋਂ ਪਹਿਲੇ ਅੱਖਰ, ਆਪਣੇ ਤੋਂ ਪਹਿਲਾ ਅੱਖਰ ਹੈ ਜੀ ਵਾਵਾ ਅੱਖਰ, ਵਾਵੇ ਅੱਖਰ ਦੇ ਉੱਪਰ ਜਿਹੜੀ ਹੈ ਉਹ ਹੋੜੇ ਦੀ ਮਾਤਰਾ ਵਾਂਗੂ ਉਚਾਰਨ ਹੋਵੇਗੀ। ਤੇ ਸਵਾਲ ਉਸ ਵੀਰ ਦਾ ਇਹ ਸੀ ਵੀ ਜਿਹੜਾ ਇਹ ਹਾਹਾ ਅੱਖਰ ਆ, ਇਹ ਹਾਹਾ ਅੱਖਰ ਮੈਂ ਬੇਨਤੀ ਕਰਨਾ ਚਾਹਾਂਗਾ, ਇਹ ਹਾਹਾ ਅੱਖਰ ਇਸ ਸ਼ਬਦ ਦੇ ਵਿੱਚ ਜਿਹੜਾ ਹੈ ਉਹ ਸਵਰ ਕਰਕੇ ਵਰਤਿਆ ਹੋਇਆ ਹੈ। ਇਸ ਗੱਲ ਨੂੰ ਸਾਧ ਸੰਗਤ ਖਿਆਲ ਵਿੱਚ ਰੱਖੋ ਵੀ ਇੱਕ ਹਾਹਾ ਅੱਖਰ, ਇੱਕ ਯਈਆ ਅੱਖਰ ਅਤੇ ਇੱਕ ਵਾਵਾ ਅੱਖਰ। ਸਾਧ ਸੰਗਤ ਇਹ ਤਿੰਨ ਅੱਖਰ ਜਿਹੜੇ ਆ ਉਹ ਅਜਿਹੇ ਅੱਖਰ ਆ, ਇੱਕ ਹਾਹਾ ਅੱਖਰ, ਇੱਕ ਯਈਆ ਅੱਖਰ ਅਤੇ ਇੱਕ ਵਾਵਾ ਅੱਖਰ। ਇਹ ਤਿੰਨ ਅੱਖਰ ਅਜਿਹੇ ਆ ਜਿਹੜੇ ਗੁਰਬਾਣੀ ਦੇ ਵਿੱਚ ਜਾਂ ਗੁਰਬਾਣੀ ਲਿਪੀ ਦੇ ਵਿੱਚ ਆਪਣੇ ਮੁਕੰਮਲ ਪੂਰਨ ਸਰੂਪ ਵਿੱਚ ਵਿਅੰਜਨ ਸਰੂਪ ਦੇ ਵਿੱਚ ਜਿਹੜੇ ਆ ਉਹ ਉਚਾਰਨ ਕੀਤੇ ਜਾਂਦੇ ਆ। ਪਰ ਦੂਜੀ ਤਰਫ ਇਹ ਤਿੰਨ ਅੱਖਰ ਜਿਹੜੇ ਆ ਉਹ ਗੁਰਬਾਣੀ ਵਿੱਚ ਸਵਰ ਰੂਪ ਵਿੱਚ ਵੀ ਉਚਾਰਨ ਕੀਤੇ ਜਾਂਦੇ ਆ। ਹਾਹਾ ਅੱਖਰ, ਯਈਆ ਅੱਖਰ ਤੇ ਵਾਵਾ ਅੱਖਰ ਇਹ ਸਵਰ ਰੂਪ 'ਚ ਵੀ ਆਏ ਆ ਗੁਰਬਾਣੀ ਦੇ ਵਿੱਚ ਅਤੇ ਵਿਅੰਜਨ ਰੂਪ ਵਿੱਚ ਵੀ ਆਏ ਆ। ਹੁਣ ਇਹ ਜਿੰਨੇ ਵੀ ਸ਼ਬਦ ਆ ਜੀ, ਆ ਤੁਸੀਂ ਪੜ੍ਹ ਰਹੇ ਹੋ, ਜਿੰਨੇ ਵੀ ਸ਼ਬਦ ਆ ਇਹ ਸਾਰੇ ਸ਼ਬਦਾਂ ਦਾ ਅਖੀਰਲਾ ਅੱਖਰ ਹਾਹੇ ਪੈਰ ਔਂਕੜ ਆ ਜੀ। ਤੇ ਇਹ ਹਾਹਾ ਅੱਖਰ ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਸਵਰ ਕਰਕੇ ਆਇਆ ਹੋਇਆ। ਤੇ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਆਪਣੀ ਪੁਸਤਕ ਸ਼ਬਦਾਂਤਿਕ ਲਗਾ ਮਾਤਰਾ ਦੇ ਗੁੱਝੇ ਭੇਦ, ਇਸ ਪੁਸਤਕ ਦੇ ਵਿੱਚ ਵਿਸ਼ੇਸ਼ ਕਰਕੇ ਉਹਨਾਂ ਨੇ ਨਿਯਮ ਨੰਬਰ 31 ਦੇ ਵਿੱਚ ਇਹਨਾਂ ਸ਼ਬਦਾਂ ਦੇ ਉਚਾਰਨ ਸੰਬੰਧੀ ਉਹਨਾਂ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੋਈ ਆ ਵੀ ਜਦੋਂ ਕਿਤੇ ਵੀ ਕਿਸੇ ਵੀ ਸ਼ਬਦ ਦਾ ਅਖੀਰਲਾ ਅੱਖਰ ਹਾਹਾ ਸਵਰ ਕਰਕੇ ਆਵੇ, ਹਾਹੇ ਪੈਰ ਔਂਕੜ ਦੀ ਮਾਤਰਾ ਲੱਗੀ ਹੋਵੇ, ਤੇ ਉਹ ਹਾਹੇ ਪੈਰ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ ਆਪਣੇ ਤੋਂ ਪਹਿਲੇ ਅੱਖਰ ਤੇ ਹੋੜੇ ਦੀ ਮਾਤਰਾ ਵਾਂਗੂ ਉਚਾਰਨ ਕੀਤੀ ਜਾਂਦੀ ਹੈ ਜੀ। ਪਰ ਸਵਾਲ ਇੱਥੇ ਸਾਧ ਸੰਗਤ ਇਹ ਆ ਉਸ ਵੀਰ ਦਾ ਵੀ ਇਹ ਜਿਹੜਾ ਹਾਹਾ ਸਵਰ ਆ, ਇਹ ਹਾਹਾ ਜਿਹੜਾ ਸਵਰ ਹੈ, ਹਾਹੇ ਸਵਰ ਦੀ ਜਿਹੜੀ ਟੋਨ ਹੈ, ਜਿਹੜੀ ਸਾਊਂਡ ਹੈ, ਕਿ ਉਹ ਇੱਥੇ ਅਸੀਂ ਉਚਾਰਨ ਨਹੀਂ ਕਰਨੀ। ਤੇ ਮੈਂ ਆਪ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਨਹੀਂ, ਅਜਿਹਾ ਨਹੀਂ ਆ। ਇਹ ਜਿਹੜਾ ਹਾਹਾ ਅੱਖਰ ਹੈ ਨਾ ਜੀ, ਹਾਹਾ ਸਵਰ ਇੱਥੇ ਜਿਹੜਾ ਵਰਤਿਆ ਹੋਇਆ ਹੈ, ਇਹ ਹਾਹੇ ਅੱਖਰ ਦੀ ਜਿਹੜੀ ਟੋਨ ਆ ਇਹ ਇਸ ਅੱਖਰ ਦੇ ਨਾਲ ਮਿਲ ਵੀ ਉਚਾਰਨ ਹੋਵੇਗੀ। ਇਹ ਹਾਹਾ ਅੱਖਰ ਪੂਰਾ ਉਚਾਰਨ ਨਹੀਂ ਹੋਏਗਾ, ਇਹ ਹਾਹਾ ਅੱਖਰ ਇੱਥੇ ਅੱਧਾ ਸਵਰ ਉਚਾਰਨ ਹੋਏਗਾ ਤੇ ਇਹ ਵਾਵੇ ਅੱਖਰ ਦੇ ਨਾਲ ਜਿਹੜਾ ਹੈ ਮਿਲ ਕੇ ਉਚਾਰਨ ਹੋਏਗਾ। ਜਿਵੇਂ ਗਾਵੋ, ਗਾਵੋ ਇਹ ਜਿਹੜਾ ਵਾਵਾ ਅੱਖਰ ਹੈ ਜੀ, ਤੁਸੀਂ ਦੇਖੋ ਇਸ ਵਾਵੇ ਅੱਖਰ ਦੀ ਜਿਹੜੀ ਟੋਨ ਆ, ਜਿਹੜੀ ਸਾਊਂਡ ਆ, ਇਸ
ਹਾਹਾ ਸਵਰ ਅੱਖਰ ਨੇ ਜਿਹੜੀ ਹੈ ਅੱਧੇ ਸਵਰ ਅੱਖਰ ਨੇ ਜਿਹੜੀ ਆ ਉਹ ਕੀ ਆ ਜੀ ਉਹਨੂੰ ਭਾਰਾ ਕਰ ਦਿੱਤਾ ਵਾ। ਤੋ ਇਸ ਦਾ ਜਿਹੜਾ ਉਚਾਰਨ ਆ ਉਹ ਅਸੀਂ ਕਰਾਂਗੇ ਗਾਵੋ। ਇਹ ਸ਼ਬਦ ਆ ਗਿਆ ਜੀ ਪੱਪੇ ਨੂੰ ਕੰਨਾ ਵਾਵਾ ਅੱਖਰ। ਫਿਰ ਇਹ ਜਿਹੜੀ ਹਾਹੇ ਪੈਰ ਔਂਕੜ ਆ ਜੀ, ਇਹ ਹਾਹੇ ਅੱਖਰ ਦੀ ਜਿਹੜੀ ਟੋਨ ਆ ਇਹ ਵਾਵੇ ਅੱਖਰ ਨੂੰ ਜਿਹੜਾ ਹੈ ਇਹ ਭਾਰਾ ਕਰੇਗੀ। ਤੋ ਇਹ ਹਾਹੇ ਪਰ ਲੱਗੀ ਔਂਕੜ ਜਿਹੜੀ ਆ ਇਹ ਹੋੜੇ ਦੀ ਥਾਂ ਉਚਾਰਨ ਹੋਏਗੀ। ਤੋ ਇਹਦਾ ਉਚਾਰਨ ਕਰਾਂਗੇ ਪਾਵੋ, ਗਾਵੋ, ਪਾਵੋ। ਇਸੇ ਤਰ੍ਹਾਂ ਇਹ ਸ਼ਬਦ ਆ ਜੀ ਜੱਜਾ, ਜੱਜੇ ਨੂੰ ਕੰਨਾ ਗੱਗਾ। ਹਾਹੇ ਪਰ ਲੱਗੀ ਔਂਕੜ ਹੋੜਾ ਬਣ ਗਈ ਜੀ। ਤੇ ਇਹ ਜਿਹੜਾ ਹਾਹਾ ਸਵਰ ਆ ਇਹ ਗੱਗੇ ਅੱਖਰ ਦੇ ਨਾਲ ਮਿਲ ਕੇ ਉਚਾਰਨ ਹੋਏਗਾ ਜਾਗੋ। ਇਸੇ ਤਰ੍ਹਾਂ ਇਹ ਸ਼ਬਦ ਹੈ ਜੀ ਖੋਜੋ, ਖਾਵੋ, ਜਾਵੋ। ਤੇ ਸਾਧ ਸੰਗਤ ਮੈਂ ਉਮੀਦ ਕਰਦਾ ਹਾਂ ਵੀ ਆਪ ਸਮੂਹ ਸਿੱਖ ਸੰਗਤਾਂ ਨੂੰ ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਜ਼ਰੂਰ ਪ੍ਰਾਪਤ ਹੋ ਗਿਆ ਹੋਵੇਗਾ ਵੀ ਇਹ ਜਿਹੜਾ ਹਾਹਾ ਅੱਖਰ ਸਵਰ ਹੈ, ਇਹ ਹਾਹਾ ਅੱਖਰ ਸਵਰ ਜਿਹੜਾ ਹੈ ਉਹ ਆਪਣੀ ਮੁਕੰਮਲ ਟੋਨ ਵਿੱਚ, ਮੁਕੰਮਲ ਧੁਨੀ ਦੇ ਵਿੱਚ ਉਚਾਰਨ ਨਹੀਂ ਹੋਵੇਗਾ ਬਲਕਿ ਅੱਧੀ ਧੁਨੀ ਵਿੱਚ ਉਚਾਰਨ ਹੋਏਗਾ। ਪਰ ਉਚਾਰਨ ਹੋਏਗਾ ਆਪਣੇ ਤੋਂ ਪਹਿਲੇ ਅੱਖਰ ਦੇ ਨਾਲ ਮਿਲਵਾਂ ਉਚਾਰਨ ਹੋਏਗਾ। ਗਾਵੋ, ਪਾਵੋ, ਜਾਗੋ, ਖੋਜੋ, ਖਾਵੋ, ਜਾਵੋ। ਇਸ ਢੰਗ ਦੇ ਨਾਲ ਅਸੀਂ ਜਿਹੜਾ ਹੈ ਇਹਨਾਂ ਸ਼ਬਦਾਂ ਦਾ ਜਿਹੜਾ ਹੈ ਉਹ ਉਚਾਰਨ ਕਰਾਂਗੇ। ਸਾਧ ਸੰਗਤ ਹੁਣ ਇਹਨਾਂ ਸ਼ਬਦਾਂ ਤੋਂ ਅੱਗੇ ਆਪਾਂ ਅੱਜ ਦੂਸਰੇ ਭਾਗ ਦੇ ਸੰਬੰਧ ਦੇ ਵਿੱਚ ਜਿਹੜੀ ਆ ਉਹ ਵਿਚਾਰ ਡਿਸਕਸ ਕਰਨੀ ਆ। ਹੁਣ ਇਹਨੂੰ ਵੀ ਸਾਧ ਸੰਗਤ ਬਹੁਤ ਹੀ ਧਿਆਨ ਦੇ ਕੇ, ਬਹੁਤ ਹੀ ਤਵੱਜੋ ਦੇ ਕੇ ਸੁਣਨਾ ਕਰੋ। ਹੁਣ ਸਾਧ ਸੰਗਤ ਤੁਸੀਂ ਦੇਖ ਸਕਦੇ ਹੋ ਵੀ ਆ ਬਲੈਕ ਬੋਰਡ ਦੇ ਉੱਪਰ ਮੈਂ ਆ 3 ਸ਼ਬਦ ਜਿਹੜੇ ਆ ਉਹ ਨੋਟ ਕੀਤੇ ਆ ਜੀ। ਗੁਰਬਾਣੀ ਦੇ ਵਿੱਚ ਸਾਧ ਸੰਗਤ ਅਸੀਂ ਅਜਿਹੇ ਜਿਹੜੇ ਆ ਉਹ ਕਈ ਸ਼ਬਦ ਜਿਹੜੇ ਆ ਉਹ ਪੜ੍ਹਦੇ ਆ ਜੀ। ਜਿਨ੍ਹਾਂ ਸ਼ਬਦਾਂ ਦੇ ਵਿੱਚ ਤੁਸੀਂ ਦੇਖੋ ਵੀ ਹਰ ਇੱਕ ਸ਼ਬਦ ਦਾ ਜਿਹੜਾ ਅਖੀਰਲਾ ਅੱਖਰ ਆ ਜੀ ਉਹ ਹਾਹੇ ਪੈਰ ਔਂਕੜ ਆ ਜੀ। ਪਰ ਹਾਹੇ ਪੈਰ ਔਂਕੜ ਵਾਲੇ ਅੱਖਰ ਤੋਂ ਪਹਿਲਾਂ ਵੀ ਜਿਹੜਾ ਅੱਖਰ ਆ ਜੀ ਉਹ ਆ ਜੀ ਹਾਹਾ। ਕਹਿਣ ਤੋਂ ਭਾਵ ਵੀ ਹਰ ਇੱਕ ਸ਼ਬਦ ਵਿੱਚ ਅਖੀਰਲੇ ਜਿਹੜੇ ਆ ਉਹ 2 ਹਾਹੇ ਜਿਹੜੇ ਆ ਉਹ ਲਿਖਤੀ ਰੂਪ ਦੇ ਵਿੱਚ ਲਿਖੇ ਹੋਏ ਆ। ਹੁਣ ਬਹੁਤ ਸਾਰੇ ਸੱਜਣ ਅਜਿਹੇ ਆ ਜਿਨ੍ਹਾਂ ਨੂੰ ਇਹਨਾਂ ਸ਼ਬਦਾਂ ਦੇ ਉਚਾਰਨ ਕਰਨ ਦੇ ਵਿੱਚ ਜਿਹੜੀ ਆ ਉਹ ਦਿੱਕਤ ਹੁੰਦੀ ਹੈ ਜੀ। ਦਿੱਕਤ ਕੀ ਹੁੰਦੀ ਆ? ਸਵਾਲ ਇਹ ਹੁੰਦਾ ਵੀ ਇਹ 2 ਹਾਹਿਆਂ ਦਾ ਜਿਹੜਾ ਹੈ ਉਹ ਅਸੀਂ ਕਿਸ ਢੰਗ ਨਾਲ ਉਚਾਰਨ ਕਰਨਾ ਹੈ। ਕਈ ਸੱਜਣ ਕਹਿੰਦੇ ਆ ਵੀ ਇਹਨਾਂ 2 ਹਾਹਿਆਂ ਦਾ ਜਿਹੜਾ ਉਚਾਰਨ ਆ ਉਹ ਸਾਨੂੰ ਇੰਜ ਕਰਨਾ ਚਾਹੀਦਾ ਹੈ ਵੀ ਮੋਹ ਹੋ, ਸਿਆਹ ਹੋ, ਕਪਾਹ ਹੋ, ਦੋਨੇ ਹੀ ਹਾਹੇ ਅੱਖਰਾਂ ਦੀ ਜਿਹੜੀ ਟੋਨ ਆ ਉਹ ਬੁਲਾਉਣੀ ਚਾਹੀਦੀ ਆ। ਪਰ ਮੈਂ ਸਾਧ ਸੰਗਤ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹਾਂਗਾ ਵੀ ਅਜਿਹਾ ਨਹੀਂ ਹੈ, ਬਲਕਿ ਇਹਨਾਂ ਸਾਧ ਸੰਗਤ ਸ਼ਬਦਾਂ ਦਾ ਜਿਹੜਾ ਉਚਾਰਨ ਹੈ ਉਹ ਅਸੀਂ ਇਸ ਢੰਗ ਦੇ ਨਾਲ ਕਰਾਂਗੇ ਜਿਵੇਂ ਮੈਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਵੀ ਜਦੋਂ ਵੀ ਸ਼ਬਦ ਦਾ ਅਖੀਰਲਾ ਅੱਖਰ ਹਾਹਾ ਹੋਵੇ, ਹਾਹੇ ਪੈਰ ਔਂਕੜ ਦੀ ਮਾਤਰਾ ਹੋਵੇ ਤੇ ਉਹ ਔਂਕੜ ਦੀ ਜਿਹੜੀ ਮਾਤਰਾ ਹੈ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਹੋੜੇ ਦੀ ਮਾਤਰਾ ਵਾਂਗੂ ਉਚਾਰਨ ਕੀਤੀ ਜਾਂਦੀ ਆ। ਤੇ ਸਾਧ ਸੰਗਤ ਇਸ ਤੋਂ ਪਹਿਲਾਂ ਵਾਲੇ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਇਹ ਵੀ ਡਿਸਕਸ ਕੀਤਾ ਸੀ ਵੀ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਹਾਹੇ ਪੈਰ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਹੋੜੇ ਦੀ ਮਾਤਰਾ ਵਾਂਗੂ ਉਚਾਰਨ ਜ਼ਰੂਰ ਕੀਤੀ ਜਾਂਦੀ ਆ। ਪਰ ਜਦੋਂ ਅਸੀਂ ਨਾਉਨ ਵਾਲੇ ਸ਼ਬਦਾਂ ਦਾ ਉਚਾਰਨ ਕਰਦੇ ਆ, ਹਾਹੇ ਪੈਰ ਔਂਕੜ ਦੀ ਮਾਤਰਾ ਵਾਲੇ ਨਾਉਨ ਵਾਲੇ ਸ਼ਬਦਾਂ ਦਾ ਉਚਾਰਨ ਕਰਦੇ ਆ ਤੇ ਉਸ ਸਮੇਂ ਹੋੜੇ ਦੀ ਮਾਤਰਾ ਦੇ ਨਾਲ ਜਿਹੜੀ ਹੈ ਉਹ ਬਿੰਦੀ ਲਗਾ ਕੇ ਜਿਹੜਾ ਹੈ ਉਹਦਾ ਉਚਾਰਨ ਕੀਤਾ ਜਾਂਦਾ ਹੈ। ਜਿਵੇਂ ਹੁਣ ਇਹ ਜਿਹੜੇ ਸ਼ਬਦ ਆ ਜੀ ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਆ ਇਹ ਨਾਉਨ ਵਾਲੇ ਸ਼ਬਦ ਆ ਜੀ। ਕਿਹੜੇ ਸ਼ਬਦ ਆ? ਨਾਉਨ, ਨਾਮ ਸ਼ਬਦ। ਤੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਅੱਜ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਵਾਲਾ ਜਿਹੜਾ ਪ੍ਰੋਗਰਾਮ ਹੈ ਇਸੇ ਹੀ ਵਿਸ਼ੇ ਦੇ ਸੰਦਰਭ ਦੇ ਵਿੱਚ ਉਹ ਨਹੀਂ ਦੇਖਿਆ, ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਉਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਤੁਸੀਂ ਜ਼ਰੂਰ ਦੇਖੋ, ਤਾਂ ਹੀ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਦਿੱਤੀ ਹੋਈ ਜਿਹੜੀ ਵਿਚਾਰ ਆ ਉਹ ਆਪ ਜੀ ਨੂੰ ਪੂਰੀ ਤਰ੍ਹਾਂ ਜਿਹੜੀ ਆ ਉਹ ਸਮਝ ਵਿੱਚ ਆਵੇਗੀ। ਤਾਂ ਸਾਧ ਸੰਗਤ ਇਹ ਸਾਰੇ ਦੇ ਸਾਰੇ ਜਿਹੜੇ ਸ਼ਬਦ ਆ 3 ਸ਼ਬਦ ਆ ਜੀ, ਇਹ ਸ਼ਬਦ ਕੀ ਆ ਜੀ? ਇਹ ਨਾਉਨ ਵਾਲੇ ਸ਼ਬਦ ਆ ਜੀ, ਨਾਮ ਸ਼ਬਦ ਆ ਜੀ। ਤਾਂ ਇਹ ਜਿਹੜਾ ਪਹਿਲਾ ਸ਼ਬਦ ਆ ਜੀ ਇਹਦਾ ਉਚਾਰਨ ਕਰਾਂਗੇ ਜੀ ਮੰਮੇ ਪੈਰ ਔਂਕੜ। ਇਹ ਜਿਹੜੀ ਅਗਲਾ ਜਿਹੜਾ ਅੱਖਰ ਆ ਜੀ ਹਾਹਾ, ਉਸ ਤੋਂ ਅਗਲਾ ਜਿਹੜਾ ਹਾਹੇ ਪੈਰ ਔਂਕੜ ਦੀ ਜਿਹੜੀ ਮਾਤਰਾ ਵਾ ਇਹ ਆਪਣੇ ਤੋਂ ਪਹਿਲੇ ਹਾਹੇ ਦੇ ਉੱਪਰ ਹੋੜੇ ਦੀ ਮਾਤਰਾ ਬਣ ਜਾਏਗੀ ਅਤੇ ਨਾਲ ਬਿੰਦੀ ਲਾ ਕੇ ਉਚਾਰਨ ਹੋਏਗਾ। ਇਹ ਸ਼ਬਦ ਦਾ ਉਚਾਰਨ ਹੋਏਗਾ ਮੂੰਹੋਂ। ਮੂੰਹੋਂ, ਮੂੰਹੋਂ ਤੋਂ ਭਾਵ ਆ ਜੀ ਮੂੰਹ ਤੋਂ, ਮੂੰਹ ਤੋਂ, ਠੀਕ ਹੈ ਜੀ। ਇਹਦਾ ਉਚਾਰਨ ਅਰਥ ਬਣੇਗਾ ਮੂੰਹ ਤੋਂ, ਮੁੱਖ ਤੋਂ।
ਇਹ ਸ਼ਬਦ ਆ ਜੀ ਸੱਸੇ ਨੂੰ ਸਿਹਾਰੀ, ਐੜੇ ਨੂੰ ਕੰਨਾ, फिर हाहा अखर। ये जिहड़ी हाहे पैर औंकड़ की मात्रा वा, ये हाहे के उपर होड़े की मात्रा बन जाएगी अते नाल बिंदी लग जाएगी, उच्चारण बनेगा स्याहों। तो जिवें मैं पहला भी तुहाडे नाल विचार सांझी कीती सी भी नाउन वाले जिहड़े शब्द आ उन्हां शब्दां दा जिहड़ा अर्थ है वो अर्थ बनदा तो जां फिर उपरों, क्योंकि संबंधकी अर्थ बन जाता जी मूँह तो। फिर आ जी ये शब्द कपाहो, कपाहो कपाह तो, कपाह तो इहदा अर्थ बनेगा जी कपाह तो। जिवें असीं साध संगत गुरबाणी दे विच इन्हां शब्दां दे संबंध दे विच गुरबाणी दीयां तुकां दा जिहड़ा है वो पाठ करदे आ जी। ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਵਿੱਚ ਇਹ ਜਿਹੜੇ ਆ ਸ਼ਬਦ ਜਿਹੜੇ ਆ ਉਹ ਲਿਖਤੀ ਰੂਪ ਵਿੱਚ ਆਏ ਹੋਏ ਆ। ਜਿਵੇਂ ਸਭ ਤੋਂ ਪਹਿਲਾ ਸ਼ਬਦ ਆ ਜੀ ਮੂੰਹੋਂ। ਆਪਾਂ ਗੁਰਬਾਣੀ ਦੀ ਤੁਕ ਦਾ ਪਾਠ ਕਰਦੇ ਹਾਂ, ਵਡਭਾਗੀਆਂ ਵਾਹ ਵਾਹ ਮੂੰਹੋਂ ਕਢਾਈ, ਉਹ ਉੱਥੇ ਸ਼ਬਦ ਆ ਜੀ ਮੂੰਹੋਂ, ਮੁਖ ਤੋਂ, ਮੂੰਹ ਤੋਂ, ਰਾਈਟ। ਉਸ ਤੋਂ ਅੱਗੇ ਸ਼ਬਦ ਆ ਜੀ ਸਿਆਹੋਂ, ਹੱਥ ਮਰੋੜੈ ਤਨ ਕਪੇ ਸਿਆਹੋਂ ਹੋਆ ਸੇਤ, ਸਿਆਹੋਂ ਇਹਦਾ ਅਰਥ ਬਣੇਗਾ ਜੀ ਸਿਆਹ ਤੋਂ। ਸਿਆਹ ਤੋਂ ਭਾਵ ਵੀ ਕਾਲੇ ਰੰਗ ਤੋਂ, ਸੇਤ ਦਾ ਅਰਥ ਹੁੰਦਾ ਜੀ ਚਿੱਟਾ ਰੰਗ। ਵੈਸੇ ਸੁਆਹ ਦਾ ਵੀ ਜਿਹੜਾ ਰੰਗ ਹੁੰਦਾ ਉਹ ਕਾਲਾ ਹੁੰਦਾ ਜੀ। तो इत्थे गुरबाणी की तुक का पाठ है जी स्याहों होआ सेत। उस तो बाद है जी शब्द जिहड़ा वा जी कपाहों, तग कपाहों कत्ती है, बामण वट्टे आए, तग कपाहों, कपाहों तो भाव कपाह तो। बिंदी सहित नास की उच्चारण करांगे जी कपाहों, स्याहों, मूहों। ये गल याद रखो भी जिहड़े शब्द आ जी नाउन, ਜਿਹੜੇ ਸ਼ਬਦ ਦਾ ਨਾਮ, ਉਹਨਾਂ ਸ਼ਬਦਾਂ ਦਾ ਜੇ ਅਖੀਰਲਾ ਅੱਖਰ ਹਾਹਾ ਹੈ ਸਵਰ ਰੂਪ ਵਿੱਚ, ਹਾਹੇ ਪੈਰ ਔਂਕੜ ਦੀ ਮਾਤਰਾ ਲੱਗੀ ਹੋਈ ਆ, ਤੇ ਉਹਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਆ ਆਪਣੇ ਤੋਂ ਪਹਿਲੇ ਅੱਖਰ ਉੱਪਰ ਜਿਹੜਾ ਹੈ ਬਿੰਦੀ ਸਹਿਤ ਨਾਸਕੀ ਉਚਾਰਨ ਹੋਏਗਾ। ਜਿਹੜਾ ਹਾਹਾ ਅੱਖਰ ਸਵਰ ਹੈ ਇਹ ਆਪਣੇ ਤੋਂ ਪਹਿਲੇ ਅੱਖਰ ਦੇ ਨਾਲ ਹੀ ਮਿਲਵਾਂ ਅੱਧਾ ਸਵਰ ਜਿਹੜਾ ਵਾ ਉਹ ਉਚਾਰਨ ਹੋਏਗਾ। ਮੂੰਹੋਂ, ਸਿਆਹੋਂ, कपाहों, इस ढंग के नाल इन्हां शब्दों का जिहड़ा वा वो असी उच्चारण करांगे। हाँ, इत्थे साध संगत एक गल होर ख्याल विच रखो, जिथे ये दो हाहियां वाले जिहड़े शब्द आ ये नाउन आउंदे आ, नाम रूप विच आउंदे आ, उत्थे ये दो हाहियां वाले जिहड़े शब्द आ वो क्रियावाची भी आउंदे आ जी। उत्थे क्रिया की गल हो रही हुंदी आ। जिवें असी गुरबाणी दे विच ही इन्हां शब्दां दा पाठ जिहड़ा वा वो करदे आ जी। मैं ब्लैक बोर्ड के उपर आप जी के नाल साझ कर देना जी, तां जो आप जी नूं गल जिहड़ी आ सौखी समझ में लग जाएगी। जिवें आपां एक शब्द पढ़ते हैं लल्ला हाहा, फिर हाहा हाहे पैर औंकड़ की मात्रा, राइट, ये शब्द है जी। इस तरह एक शब्द होंदा वा जी चचा, चचे नूं कन्ना हाहा, फिर हाहा, फिर हाहे पैर औंकड़ की मात्रा। इस तरह एक शब्द होंदा वा कक्का, फिर हाहा, फिर हाहा हाहे पैर औंकड़ की मात्रा। इस तरह के जिहड़े आ वो कुछ शब्द गुरबाणी दे विच जिहड़े आ वो सानूं पढ़न नूं मिलदे आ जी, जिन्हां शब्दां दे विच दो हाहे लगे हुए आ ते अखीरले हाहे दे पैर विच औंकड़ की मात्रा वा। एक तां अजिहे शब्दां दा जिहड़ा स्वरूप आ वो आ जी गुरबाणी व्याकरण अनुसार नाउन वाला स्वरूप, नाम वाले वो शब्द आ, ते दूसरे अजिहे शब्द आ जी क्रियावाची, क्रियावाची। हुण नाउन वाले जिहड़े शब्द आ अजिहे उन्हां संबंध विच आपां उच्चारण की जिहड़ी आ वो समझ पा लई आ, पर जदों अजिहे शब्द जिहड़े आ वो क्रियावाची आ जाण तो इन्हां क्रियावाची शब्दां दा जिहड़ा है वो पाठ जिहड़ा है वो असीं किस ढंग नाल करांगे, इहनूं सुणो जी ध्यान दे नाल। लल्ला, फिर हाहा, फिर हाहे दे उपर होड़ा। ये जिहड़ा हाहे पैर औंकड़ की जिहड़ी मात्रा वा जी ये अपने तो पहले अखर हाहे के उपर होड़े वांगू उच्चारण होएगी, तो हाहा जिहड़ा वा ये जिहड़ा स्वर आ ये अद्धा हाहा स्वर जिहड़ा वा इस हाहे दे नाल मिलवा उच्चारण होएगा जी, मिलवा इस हाहे दे नाल। तो इहदा पाठ उच्चारण होएगा जी लहो, लहो। ये शब्द आ जी चचे नूं करना, फिर हाहा अखर, फिर ये हाहे पैर जिहड़ी औंकड़ की मात्रा होड़ा बन जाएगी, तो अद्धा हाहा जिहड़ा वा इस हाहे दे नाल मिलवा उच्चारण होएगा चाहो। इस तरह शब्द है जी कहो, कहो, चाहो, लहो। ये जिहड़ा अखीरला हाहा अखर आ
ਇਹਨੂੰ ਅਸੀਂ ਥੋੜਾ ਭਾਰਾ ਕਰਕੇ ਉਚਾਰਨ ਕਰਾਂਗੇ। तो ਇਹਨਾਂ ਸ਼ਬਦਾਂ ਦਾ ਉਚਾਰਨ ਕਰਾਂਗੇ ਲਹੋ, ਚਾਹੋ, ਕਹੋ। ਇਸ ਢੰਗ ਦੇ ਨਾਲ ਇਹਨਾਂ ਸ਼ਬਦਾਂ ਦਾ ਜਿਹੜਾ ਵਾ ਉਹ ਉਚਾਰਨ ਕਰਾਂਗੇ। ਜਿਵੇਂ ਗੁਰਬਾਣੀ ਦੇ ਵਿੱਚ ਅਸੀਂ ਪਾਠ ਕਰਦੇ ਹਾਂ ਜੀ, ਸਾਚ ਪਦਾਰਥ ਗੁਰਮੁਖ ਲਹੋ। ਇਸੇ ਤਰ੍ਹਾਂ ਇਹ ਸ਼ਬਦ ਆ ਜੀ, ਮਨ ਤਨ ਮੁਖ ਹੀਏ ਬਸੈ, ਜੋ ਚਾਹੋ ਸੋ ਹੋਏ। ਇਹ ਸ਼ਬਦ ਆ ਜੀ ਚਾਹੋ, ਇਹ ਸ਼ਬਦ ਆ ਜੀ ਲਹੋ, ਇਹ ਸ਼ਬਦ ਆ ਜੀ ਕਹੋ। ਇਹਨਾਂ ਸ਼ਬਦਾਂ ਦਾ ਜਿਹੜਾ ਉਚਾਰਨ ਆ ਲਹੋ, ਚਾਹੋ, ਕਹੋ, ਇਸ ਢੰਗ ਨਾਲ ਅਸੀਂ ਨਹੀਂ ਕਰਨਾ। ਫਿਰ ਸਾਧ ਸੰਗਤ ਹੁਣ ਇਸ ਤੋਂ ਅੱਗੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਜਿਹੜਾ ਵਾ ਉਹ ਸਾਨੂੰ ਇਸ ਸਰੂਪ ਦੇ ਵਿੱਚ ਵੀ ਜਿਹੜਾ ਵਾ ਉਹ ਪੜ੍ਹਨ ਨੂੰ ਮਿਲਦਾ ਵਾ ਜੀ। ਜਿਵੇਂ ਹਾਹਾ ਅੱਖਰ, ਉਸ ਤੋਂ ਅੱਗੇ ਫਿਰ ਹਾਹਾ ਅੱਖਰ, ਫਿਰ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੋਈ ਆ। ਹੁਣ ਇਹ ਜਿਹੜਾ ਸ਼ਬਦ ਆ ਜੀ, ਹੁਣ ਇਸ ਸ਼ਬਦ ਦਾ ਜਿਹੜਾ ਉਚਾਰਨ ਆ ਉਹ ਅਸੀਂ ਕਿਸ ਢੰਗ ਨਾਲ ਕਰਨਾ ਵਾ, ਇਹਨੂੰ ਵੀ ਸੁਣੋ ਜੀ। ਹਾਹਾ ਅੱਖਰ, ਹਾਹੇ ਪੈਰ, ਫਿਰ ਅੱਗੇ ਔਂਕੜ ਦੀ ਮਾਤਰਾ। ਇਹਦਾ ਉਚਾਰਨ ਕਰਾਂਗੇ ਜੀ, ਹਾਹੇ ਦੇ ਉੱਪਰ ਹੋੜੇ ਦੀ ਮਾਤਰਾ, ਉਚਾਰਨ ਬਣੇਗਾ ਹੋ। ਜਿਵੇਂ ਅਸੀਂ ਗੁਰਬਾਣੀ ਦੀ ਤੁਕ ਦਾ ਪਾਠ ਕਰਦੇ ਹਾਂ ਜੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। ਜਾਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਜੀ, ਜਿਸ ਵਖਰ ਕੋ ਤੁਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾ ਹੈ, ਜਿਸ ਵਖਰ ਕੋ ਤੁਮ ਆਏ ਹੋ। ਇਹ ਜਿਹੜਾ ਸ਼ਬਦ ਆ ਉੱਥੇ ਇਹ ਸਾਧ ਸੰਗਤ ਸ਼ਬਦ ਆ ਹਾਹਾ, ਹਾਏ ਦੇ ਪੈਰ ਵਿੱਚ ਔਂਕੜ ਦੀ ਮਾਤਰਾ। ਤੋਂ ਇਹਦਾ ਉਚਾਰਨ ਕਰਾਂਗੇ ਹੋ, ਕਿਉਂਕਿ ਇਹ ਹਾਹੇ ਪੈਰ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਵਾ ਆਪਣੇ ਤੋਂ ਪਹਿਲੇ ਹਾਹੇ ਦੇ ਉੱਪਰ, ਇਸ ਹਾਹੇ ਦੇ ਉੱਪਰ ਜਿਹੜੀ ਹੈ ਉਹ ਹੋੜੇ ਦੀ ਮਾਤਰਾ ਵਾਂਗੂ ਉਚਾਰਨ ਹੋਵੇਗੀ। ਤੋਂ ਇਹਦਾ ਸਾਧ ਸੰਗਤ ਉਚਾਰਨ ਬਣੇਗਾ ਹੋ, ਜਿਸ ਵਖਰ ਕਉ ਤੁਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾ। ਜਾਂ ਫਿਰ ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ। तो साध संगत मैं उम्मीद करता हाँ भी इन्हां शब्दों के संबंध दे विच दिती हुई जिहड़ी जानकारी आ आप समूह सिख संगतां नूं जिहड़ी आ वो जरूर समझ विच आई होवेगी। इस तरह एक शब्द होर भी है जी, वो इस ढंग नाल हुंदा वा जी, हाए दे उत्ते होड़े की मात्रा ते फिर हाहे दे पैर विच औंकड़ की मात्रा। इस ढंग नाल भी गुरबाणी दे विच शब्द असीं पढ़दे आ। हुण इस शब्द का जिहड़ा उचारण आ वो असीं किस ढंग नाल करांगे जी, ये शब्द का उचारण भी असीं इसे ही ढंग दे नाल करांगे। ये जिहड़ा हाहे पैर लगी हुई औंकड़ की मात्रा वा, ये अपने तो पहले अखर के उपर होड़े की मात्रा वांगू उचारण होगी। वैसे ऑलरेडी जिहड़ी आ गुरु साहब ने होड़े की जिहड़ी मात्रा वा, दीर्घ मात्रा जिहड़ी वो लगाई हुई आ इस शब्द में। इहदे नाल जिहड़ा है कुछ विद्वानां दा मनना है भी इहदे नाल जिहड़ा है असीं ऊड़े का मूँह खुला इस ढंग दे नाल भी जिहड़ा वा वो असीं उचारण कर सकते हैं। जिवें असीं गुरबाणी का पाठ करते हैं जी, कहो नानक जा कहो हो कृपाल। उत्थे साध संगत दे शब्द आया हाए उत्ते होड़े की मात्रा, हाए पैर औंकड़ की मात्रा, हो कृपाल। विद्वानां दा कुछ विद्वानां दा मनना भी ऊड़ा जिहड़ा वा ऊड़े का मुख खुला वा इस ढंग नाल उचारण करांगे। पर जे आपां इकल्ला हाए उपर होड़े की मात्रा नाल भी उचारण करते हैं, हाहा अखर जिहड़ा वा इसदी टोन जिहड़ी आ वो हल्की जी भारी करके उचारण करते हैं, फिर भी जिहड़ा उचारण आ वो दुरुस्त आ जी। इस ढंग नाल भी उचारण कर सकते हैं जी, कहो नानक जा कहो हो कृपाल। जां असी शब्द पढ़ते हैं जी, लब लोभ तज हो निचिंदा। इत्थे यही शब्द आ जी, हो निचिंदा। जां असी पढ़ते हैं शब्द जी, शर्म सुन्नत सील रोजा हो मुसलमान। हो इस ढंग नाल भी उचारण कर सकते हैं जी, हो मुसलमान। जां इस ढंग नाल भी उचारण कर सकते हैं जी, हो मुसलमान। राइट। तो अजिहे शब्द का जिहड़ा उचारण है वो असी जिहड़ा है इन्हां दो ढंगां दे नाल जिहड़ा उचारण कर सकते हैं जी। तो मैं उम्मीद करदा वां भी इस शब्द के उचारण संबंधी भी जिहड़ी दित्ती हुई जानकारी आप जी नूं वो जरूर समझ विच आई होवेगी। बस इस गल नूं साध संगत अपने माइंड विच बिठा लो भी जदों शब्द होवे क्रियावाची उदों जिहड़ा हाहे पैर लगी हुई औंकड़ की जिहड़ी मात्रा वा, हाहा जिहड़ा स्वर आ वो अपने तो पहले अखर ते जिहड़ा वा वो होड़े की मात्रा वांगू उचारण हुंदा है, बिना बिंदी तो बिना नासकी उचारण तो। पर जदों वो शब्द होवे नाउन नाम रूप दे विच ते
उस शब्द ਵਿੱਚ ਹਾਹੇ ਪੈਰ ਔਂਕੜ ਦੀ ਜਿਹੜੀ ਮਾਤਰਾ ਵਾ ਉਹ ਆਪਣੇ ਤੋਂ ਪਹਿਲੇ ਅੱਖਰ ਉੱਤੇ ਹੋੜੇ ਦੀ ਮਾਤਰਾ ਵਾਂਗੂ ਨਾਲ ਬਿੰਦੀ ਸਹਿਤ ਨਾਸਕੀ ਉਚਾਰਨ ਹੋਵੇਗਾ ਤੇ ਜਿਹੜਾ ਹਾਹੇ ਪੈਰ ਲੱਗੀ ਹੋਈ ਜਿਹੜੀ ਔਂਕੜ ਦੀ ਮਾਤਰਾ ਵਾ ਉਹ ਆਪਣੇ ਤੋਂ ਪਹਿਲੇ ਅੱਖਰ ਦੀ ਜਿਹੜੀ ਟੋਨ ਹੈ ਜਿਹੜੀ ਸਾਊਂਡ ਆ ਉਹਨੂੰ ਹਲਕਾ ਜਿਹਾ ਭਾਰਾ ਕਰੇਗੀ ਜੀ, ਭਾਰਾ ਕਰਕੇ ਇਸ ਉਚਾਰਨ ਕਰਾਂਗੇ। तो साध संगत अज दे इस प्रोग्राम दे विच इतनी कुछ जी जानकारी आ वो मैं आप जी दे नाल साझी कीती आ, पर मैं इत्थे बेनती करना चाहांगा भी इत्थे ही जानकारी समाप्त नहीं आ। इस तो जिहड़ा अगला नैक्सट जिहड़ा भाग है उस भाग दे विच अजिहे ही होर शब्दां दा जिहड़ा उच्चारण है वो आपां सिखांगे, क्योंकि हाहे पैर जिहड़ी औंकड़ दी मात्रा है वो कुछ अजिहे होर भी शब्द आ जी जिन्हां शब्दां दे नाल हाहे पैर औंकड़ दी मात्रा आउंदी आ ते उन्हां शब्दां दा उच्चारण सानूं किस ढंग दे नाल करना चाहिए उस संबंधी जिहड़ी आ वो विचार आउण वाले प्रोग्राम दे विच आप जी दे नाल साझी करन दा यतन करांगा। जे अज दा इह प्रोग्राम आप जी नूं पसंद आया होवे लाइक जरूर करिओ, कमेंट करके अपने विचार जरूर दिओ ਅਤੇ ਵੱਧ ਤੋਂ ਵੱਧ ਸਿੱਖ ਸੰਗਤਾਂ ਦੇ ਨਾਲ ਸ਼ੇਅਰ ਕਰਨ ਦੀ ਜਿਹੜੀ ਸੇਵਾ ਵਾ ਉਹ ਜ਼ਰੂਰ ਨਿਭਾਇਓ। ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।